for you all. Good evening once again, everyone. Whoever is listening to me from outside as well, Satinder Sartaaj ji is gonna be with us within a few minutes from now. So I'd request you to please come back and take the seats so that we can meet and listen to Dr. Satinder Sartaaj. Today, Dr. Satinder Sartaaj. All right, ladies and gentlemen, please put your hands together for Satinder Sartaaj, Dr. Satinder Sartaaj. I'd like to request all the audience to kindly be seated, as I'm sure you all are equally excited, equally intrigued
to listen to this Punjabi Sufi singer. Vijaypal, could you please be on stage with us? Thank you. All right, ladies and gentlemen, I'd like to request you all to put your hands together for the renowned Punjabi Sufi singer, Dr. Satinder Sartaaj, as I welcome him on stage. Dr. Satinder Sartaaj. Welcome, buddy. And before I give the stage away to Vijaypal Brar, let's take a look at the AV, please. Thank you. He is a globally renowned Punjabi Sufi singer, lyricist, poet, and actor. His first music album, Ibadat, was released in 2009, and thereafter there has been no stopping him. He has taken Punjabi Sufi music to music lovers across the world. His collaborations with Nelly Furtado, Talib Kweli, and other American music stars, combined with his collaboration with Shabana Azmi on the film The Black Prince, have helped graduate this prolific performer to a grander playing field. His humble reflection of being the first Indian man with a turban to walk the red carpet at Cannes is in stride with the modesty he champions. Ladies and gentlemen, Dr. Satinder Sartaaj. And before I give the stage away to Vijaypal, I'd like to say this to Dr. Sartaaj कि देर नाल ही सही तुसी आए ਤਾਂ सही. I'm so sorry. Thank you, Mr. Thank you, Bisha. ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। Thank you, Brad sir. ਸਤਿ ਸ਼੍ਰੀ ਥੋੜੀ ਅਕਾਲ। ਥੋੜੀ ਦੇਰ ਬਾਅਦ ਆਪਣੀ ਮੁਲਾਕਾਤ ਹੁੰਦੀ ਹੁੰਦੀ ਹੈ। ਰਹਿੰਦੀ ਹੈ ਔਰ Yeah. ਰੰਗ ਜਿਹੜੇ ਆ ਪੰਜਾਬੀ ਦੇ ਹਾਂਜੀ। ਉਹ ਭਰਦੇ ਰਹਿੰਦੇ ਆ ਪ੍ਰੋਗਰਾਮ 'ਚ ਨਜ਼ਰ ਆਉਂਦੇ ਰਹਿੰਦੇ ਆ ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਡਾਕਟਰ ਸਤਿੰਦਰ ਸਰਤਾਜ ਨਾਲ ਥੋੜੀ ਥੋੜੀ ਦੇਰ ਬਾਅਦ ਉਹਨਾਂ ਇਸ਼ੂਜ਼ ਤੇ ਗੱਲਬਾਤ ਕਰਦੇ ਰਹੀਏ ਜਿਹੜਾ ਇਸ਼ੂਜ਼ ਜੋ ਸਾਡੀ ਜ਼ਿੰਦਗੀ 'ਚ ਰੋਜ਼ ਸਾਹਮਣੇ ਆਉਂਦੇ ਆ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਦੇ। ਸਾਡਾ ਅੱਜ ਦੇ ਇਵੈਂਟ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਲਗਜ਼ਰੀ ਦੇ ਉੱਪਰ ਹੈ ਜੀ ਕਿ ਲਗਜ਼ਰੀ ਲਾਈਫ ਲਗਜ਼ਰੀ ਚੀਜ਼ਾਂ ਸਤਿੰਦਰ ਸਰਤਾਜ ਦੇ ਲਈ ਲਗਜ਼ਰੀ ਕੀ ਹੈ। ਮੈਂ ਗੱਲਾਂ ਬਾਤਾਂ ਦੇ ਵਿੱਚ ਜਾਊਂਗਾ ਪਰ ਜਿਹੜਾ ਇੱਕ ਗਾਇਕ ਹੁੰਦਾ ਇੱਕ ਸਿੰਗਰ ਹੁੰਦਾ ਉਸ ਦੀ ਇੰਟਰੋਡਕਸ਼ਨ ਜਿਹੜੀ ਹੁੰਦੀ ਹੈ ਮੈਨੂੰ ਲੱਗਦਾ ਉਸ ਦੀ ਸ਼ੁਰੂਆਤ ਉਸ ਦੀ ਕਲਾ ਦੇ ਨਾਲ ਹੋਣੀ ਚਾਹੀਦੀ ਹੈ ਔਰ ਜਿਵੇਂ ਤੁਸੀਂ ਹਰ ਸਟੇਜ ਦੀ ਸ਼ੁਰੂਆਤ ਪਹਿਲਾਂ ਕਰਦੇ ਰਹੇ ਹੋ ਸੋ ਅੱਜ ਦੀ ਸ਼ੁਰੂਆਤ ਵੀ ਮੈਂ ਸਾਈਂ ਤੋਂ ਇੱਕ ਵਾਰੀ ਜ਼ਰੂਰ ਚਾਹੂੰਗਾ ਫਿਰ ਅੱਗੇ ਆਪਾਂ ਗੱਲਬਾਤ ਕਰਾਂਗੇ। ਅੱਛਾ ਮੈਨੂੰ ਤਾਂ ਲੱਗਿਆ ਸੀ ਆਪਾਂ ਗੱਲਾਂ ਕਰਨ ਲਈ ਆਏ ਹਾਂ। ਗੱਲਾਂ ਕਰਾਂਗੇ। That's fine. ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜੇ ਬੰਨੇ ਲਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਫੇਰੇ ਮਸਕੀਨਾਂ ਵੱਲ ਪਾਈ ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈ ਸਾਈਂ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈ ਸਾਈਂ ਵੇ ਔਖੇ ਸੌਖੇ ਰਾਹਾਂ ਚੋਂ ਲੰਘਾਈ ਸਾਈਂ ਵੇ ਕਲਾ ਨੂੰ ਵੀ ਹੋਰ ਚਮਕਾਈ ਸਾਈਂ ਵੇ ਸਾਜ਼ ਰੁੱਸ ਗਏ ਤਾਂ ਮਨਾਈ ਸਾਈਂ ਵੇ ਇਹਨਾਂ ਨਾਲ ਆਵਾਜ਼ ਵੀ ਰਲਾਈ ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈ ਸਾਈਂ ਵੇ ਨਗਮੇ ਨੂੰ ਫੜ ਕੇ ਜਗਾਈ ਸਾਈਂ ਵੇ ਸ਼ਾਇਰੀ 'ਚ ਅਸਰ ਵਸਾਈ ਸਾਈਂ ਵੇ ਦੇਖੀ ਕਿਤੇ ਭੁੱਲ ਹੀ ਨਾ ਜਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ ਸਾਈਂ ਵੇ ਸੱਚੀ ਸਰਤਾਜ ਹੀ ਬਣਾਈ। ਕੀ ਬਾਤ ਹੈ ਇਸ ਤੋਂ ਵਧੀਆ ਮੈਨੂੰ ਲੱਗਦਾ ਇੰਟਰੋਡਕਸ਼ਨ ਨਹੀਂ ਹੋ ਸਕਦੀ ਕਿਸੇ ਗਾਇਕ ਦੀ ਔਰ ਜਦੋਂ ਅਸੀਂ ਡਾਕਟਰ ਸਤਿੰਦਰ ਸਰਤਾਜ ਦਾ ਜ਼ਿਕਰ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਵਰਡ ਸਾਡੇ ਦਿਮਾਗ 'ਚ ਆਉਂਦਾ ਸੂਫੀ ਗਾਇਕ। ਤੁਸੀਂ ਵੀ ਇਹਨਾਂ ਚੀਜ਼ਾਂ ਨਾਲ ਦੋ ਚਾਰ ਹੁੰਦੇ ਹੋਵੋਗੇ ਬਹੁਤ ਸਾਰੇ ਸਵਾਲ ਤੁਹਾਨੂੰ ਕੀਤੇ ਜਾਂਦੇ ਹੋਣਗੇ। ਸੂਫੀਜ਼ਮ ਨੂੰ ਸਤਿੰਦਰ ਸਰਤਾਜ ਕਿਸ ਤਰੀਕੇ ਨਾਲ ਲੈਂਦੇ ਹੈ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਜਿਹੜੇ ਆਡੀਅנס ਹੈ ਦਰਸ਼ਕ ਨੇ ਤੁਹਾਡੇ ਚਾਹਣ ਵਾਲੇ ਨੇ ਸਰੋਤੇ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਸਵਾਲ ਹੁੰਦੇ ਸਾਨੂੰ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਕੀ ਸਰਤਾਜ ਵਾਕਿਆ 'ਚ ਹੀ ਉੱਦਾਂ ਦੇ ਹੈ ਉਹਨਾਂ ਦੀ ਆਪਣੀ ਜ਼ਿੰਦਗੀ। ਇਹ ਦੇਖੋ ਆਪ ਕਹਿਣਾ ਤੇ ਬਿਲਕੁਲ ਵੀ ਜਾਇਜ਼ ਨਹੀਂ ਲੱਗਦਾ ਠੀਕ ਵੀ ਨਹੀਂ ਹੈ ਜੀ। ਇਹ ਗੱਲ ਤੇ ਕੋਈ ਬੰਦਾ ਜਿਹੜਾ ਤੁਹਾਡਾ ਨਜ਼ਦੀਕੀ ਹੋਵੇ ਜੀ
ਪਰ ਤੁਹਾਡਾ ਦੋਸਤ ਨਾ ਹੋਵੇ ਮਤਲਬ ਤੁਹਾਡੇ ਆਲੇ ਦੁਆਲੇ ਵਿਚਰਦਾ ਹੋਵੇ। ਕਿਉਂਕਿ ਮੇਰਾ ਇੱਕ ਸ਼ੇਰ ਸੀਗਾ ਕਿ ਕਿਹੜਾ ਸੋਨਾ ਖਰਾ ਏ ਤੇ ਖੋਟ ਕਿਵੇਂ ਲੱਭੀ ਦੀ ਏ, ਇਹੋ ਸੁਨਿਆਰੇ ਜਾਂ ਸਰਾਫ ਕੋਲੋਂ ਪੁੱਛੋ। ਅੱਗ ਅਤੇ ਪਾਣੀ ਵਿੱਚ ਕੀ ਕੀ ਗੱਲਬਾਤ ਹੋਈ, ਸੱਚੋ ਸੱਚੀ ਪੁੱਛਣਾ ਤਾਂ ਭਾਫ ਕੋਲੋਂ ਪੁੱਛੋ। ਐਵੇਂ ਹੀ ਦਿਮਾਗ ਕਾਹਤੋਂ ਅੰਬਰਾਂ ਤੇ ਚਾੜੇ, ਕਿੰਨੇ ਦਿਲ ਰਾਜ਼ੀ ਕੀਤੇ ਕਿੰਨੇ ਦਿਲ ਸਾੜੇ। ਤੁਸੀਂ ਸਰਤਾਜ ਸਾਹਿਬ ਚੰਗੇ ਹੋ ਜਾਂ ਮਾੜੇ, ਅਸਲੀ ਤਾਂ ਆਪਣੇ ਖਿਲਾਫ ਕੋਲੋਂ ਪੁੱਛੋ। ਕਿਆ ਬਾਤ ਕਿਹੜਾ ਸੋਨਾ ਖਰਾ ਏ ਤੇ ਖੋਟ ਕਿਵੇਂ ਲੱਭੀ ਦੀ ਏ, ਇਹੋ ਸੁਨਿਆਰੇ ਜਾਂ ਸਰਾਫ ਕੋਲੋਂ ਪੁੱਛੋ। ਤੁਸੀਂ ਆਪਣੀ ਵਡਿਆਈ ਨਹੀਂ ਕਰ ਸਕਦੇ, ਪਰ ਮੈਂ ਇੰਨੀ ਕੁ ਇਨਫੋਰਮੇਸ਼ਨ ਜ਼ਰੂਰ ਦੇ ਸਕਦਾ ਕਿ ਜਿਹੋ ਜਿਹੇ ਮੇਰੇ ਅਫਸਾਨੇ ਨੇ, ਜਿਹੋ ਜਿਹਾ ਤੁਹਾਨੂੰ ਲੱਗਦਾ ਕਿ ਮੈਂ ਹੋਣਾ ਚਾਹੀਦਾ, ਮੈਂ ਤਕਰੀਬਨ ਉਹ ਜਿਹਾ ਹੀ ਹਾਂ। ਨਹੀਂ, ਕਿਉਂਕਿ ਕਹਿੰਦੇ ਆ ਨਾ ਵੀ ਜਿਹੜੇ ਸ਼ਾਇਰ ਹੁੰਦੇ ਆ ਉਹ ਬਣਦੇ ਨਹੀਂ, ਉਹ ਪੈਦਾ ਹੁੰਦੇ ਆ ਜੀ। ਸੋ ਸਤਿੰਦਰ ਸਰਤਾਜ ਨੂੰ ਆਪਣੇ ਅੰਦਰ ਦੇ ਸ਼ਾਇਰ ਦਾ ਕਿਵੇਂ ਪਤਾ ਲੱਗਿਆ? ਜੇ ਮੈਂ ਗਲਤ ਨਹੀਂ ਹਾਂ ਤਾਂ ਤੁਸੀਂ ਪਹਿਲਾਂ ਭੰਗੜੇ 'ਚ ਪਹਿਲਾਂ ਤੁਸੀਂ ਆਏ ਆ ਨਾ, ਭੰਗੜਾ ਸਟਾਰ ਸੀ, ਉਸ ਤੋਂ ਬਾਅਦ ਤੁਸੀਂ ਸ਼ਾਇਰੀ 'ਚ ਤੇ ਫਿਰ ਅੱਗੇ ਤੁਹਾਡੀਆਂ ਜਿਹੜੀਆਂ ਲਿਖਤਾਂ ਸੀ ਸਾਹਮਣੇ। ਨਾਚ ਤਾਂ ਦੇਖੋ ਸਾਡੀਆਂ ਜ਼ਮੀਨਾਂ 'ਚ ਆ, ਸਾਡੀਆਂ ਖੇਤਾਂ 'ਚ ਆ, ਸਾਡੀਆਂ ਫਸਲਾਂ 'ਚ ਆ, ਉਹ ਤੁਹਾਨੂੰ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਵੀ ਇਸ ਖੂਬਸੂਰਤ ਪੁਰਖਲੂਸ ਜਾਂ ਕਹਿ ਲਓ ਕਿ ਇੱਕ ਬਹੁਤ ਹੀ ਬਖਸ਼ਿਸ਼ ਭਰੀ ਜ਼ਮੀਨ 'ਚ ਪੈਦਾ ਹੁੰਦਾ ਜੀ, ਉਹਦੇ ਨਾਚ ਅੰਦਰ ਹੁੰਦਾ ਹੀ ਆ। ਤਾਂ ਹੀ ਉਹ ਬਣਿਆ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ। ਬਿਲਕੁਲ। ਤੇ ਉਹ ਤਾਂ ਚਲੋ ਜ਼ਾਹਿਰ ਜੀ ਗੱਲ ਹੈ, ਮੈਂ ਸੀਗਾ ਔਰ ਇੰਟਰਨੈਸ਼ਨਲੀ ਮੈਂ ਪਰਫਾਰਮ ਕੀਤਾ। ਹੁਣ ਵੀ ਅਸੀਂ ਲਾਸਟ ਕੌਂਸਰਟ ਦੁਬਈ ਕਰਕੇ ਆਏ, ਉੱਥੇ ਮੈਂ ਪਹਿਲੀ ਵਾਰੀ ਭੰਗੜਾ ਪਾਉਣ ਹੀ ਗਿਆ ਸੀਗਾ ਆਪਣੀ ਕੰਟਰੀ ਦੀ ਟੀਮ ਵੱਲੋਂ, ਤੇ ਉੱਥੇ ਮੈਨੂੰ ਬੈਸਟ ਆਨਸਰ ਵੀ ਮਿਲਿਆ। ਬਟ ਸਮਹਾਓ ਸਡਨਲੀ ਜਿਹੜੀਆਂ ਤੁਹਾਡੀਆਂ ਇਨਰ ਚੇਂਜਸ ਹੁੰਦੀਆਂ ਨੇ, ਉਹਨਾਂ ਨੇ ਤੁਹਾਨੂੰ ਤਸਵੁਫ ਵਾਲਾ, ਸੂਫੀਜ਼ਮ ਵਾਲਾ ਮੋੜਿਆ, ਲਿਆਂਦਾ, ਤੁਹਾਨੂੰ ਉਹ ਜ਼ਿਆਦਾ ਚੰਗਾ ਲੱਗਣ ਲੱਗ ਗਿਆ। ਤੇ ਮੈਂ ਬੈਠ ਕੇ ਗਾਉਣ ਲੱਗ ਗਿਆ ਸ਼ੁਰੂ 'ਚ, ਤੇ ਕਈਆਂ ਦੋਸਤਾਂ ਨੂੰ ਵੀ ਹੋਇਆ ਕਿ ਯਾਰ ਵਧੀਆ ਤੂੰ ਭੰਗੜਾ ਪਾ ਲੈਂਦਾ, ਵਧੀਆ ਪੱਗ ਬੰਨ੍ਹਦਾ, ਤੇ ਇਹ ਕਿਹੜੇ ਚੱਕਰ 'ਚ ਪੈ ਗਿਆ। ਸੋ ਮੇਰਾ ਇੱਕ ਉਹੀ ਵੀ ਗਾਣਾ ਹੈ ਕਿ ਮੈਨੂੰ ਵੀ ਨੇ ਮੱਤਾਂ ਦੇਵਦੇ ਉਹ ਸਤਿੰਦਰਾ, ਤੂੰ ਕਿਹੜੇ ਪਾਸੇ ਪੈ ਗਿਆ। ਸੂਫੀ ਤਾਂ ਨੇ ਪਹਿਲਾਂ ਹੀ ਫਕੀਰ ਕਾਹਨੂੰ ਇਹਨਾਂ ਦੇ ਦੁਆਰੇ ਜਾ ਕੇ ਬਹਿ ਗਿਆ। ਆ ਪੀਰ ਆਪੇ ਮੰਨ ਜਾਣਗੇ, ਤੂੰ ਕੁਬੇਰ ਅਤੇ ਲక్ష్ਮੀ ਮਨਾਉਣ ਦੇ, ਰੱਬ ਦਾ ਨਾਂ ਫੇਰ ਲੈ ਲਾਂਗੇ, ਪਹਿਲਾਂ ਪੈਸੇ ਜਮ੍ਹਾਂ ਖਾਤੇ 'ਚ ਕਰਾਉਣ ਦੇ, ਕਿਸੇ ਦਾ ਇਮਾਨ ਕੋਈ ਨਾ ਕਹਿੰਦਾ, ਜੋ ਵੀ ਹੱਥੋਂ ਦਾ ਯਾਰ ਆਉਣ ਦੇ। ਬਟ ਮੈਂ ਆਪਣੇ ਇਨਰ ਇੰਸਟਿੰਕਟ ਨੂੰ ਜ਼ਿਆਦਾ ਤਵੱਜੋ ਦਿੱਤੀ ਜੀ। ਅੱਜ ਵੀ ਉਹੀ ਕਰਦਾ। ਮੇਰੀ ਕੋਈ ਵੀ ਜਿਹੜਾ ਡਿਸੀਜ਼ਨ ਆ, ਉਹ ਜੇਕਰ ਤੁਸੀਂ ਉਹਨੂੰ ਬਹੁਤ ਹੀ ਫਾਰਮਲੀ ਜਾਂ ਸਿੰਪਲਿਸਟਿਕ ਲੈਂਗੁਏਜ 'ਚ ਸਮਝਣਾ ਹੋਵੇ, ਤੇ ਮੈਂ ਮਾਈਂਡ ਤੋਂ ਬਹੁਤ ਘੱਟ ਚੱਲਦਾ। ਮੇਰਾ ਜੀ ਜੋ ਕਰਦਾ ਉਹੀ ਕਰਦਾ। ਕਿਹੜਾ ਗਾਣਾ ਆ ਗਿਆ ਇੱਦਾਂ ਹੀ ਲਿਖ ਲਿਆ, ਜਦੋਂ ਦਿਲ ਕੀਤਾ ਰਿਕਾਰਡ ਕਰ ਲਿਆ, ਜਦੋਂ ਜੀ ਕੀਤਾ ਜਿਹਦਾ ਮਰਜ਼ੀ ਵੀਡੀਓ ਸ਼ੂਟ ਕਰ ਲਿਆ, ਤੇ ਜਦੋਂ ਮਰਜ਼ੀ ਰਿਲੀਜ਼ ਕਰਤਾ। ਉਹਦੇ ਆਊਟਪੁੱਟਸ ਕੀ ਨੇ ਜਾਂ ਉਹਦੇ ਵਰਕਿੰਗਸ ਕੀ ਨੇ ਕਮਰਸ਼ੀਅਲੀ, ਉਹ ਮੈਨੂੰ ਜੈਨੂਨਲੀ 0% ਮੈਟਰ ਕਰਦੇ ਆ। ਸੋ ਇਹੀ ਮੇਰੇ ਲਈ ਸੂਫੀਜ਼ਮ, ਜਿਹੜੀ ਵਿਊ ਦੀ ਦੌੜ ਹੈ ਅੱਜ ਕੱਲ੍ਹ, ਉਹਦੇ 'ਚ ਨਹੀਂ ਸਰਤਾਜ ਪੈਂਦੇ, ਫੋਰਚੂਨੇਟਲੀ। ਹਾਂ ਜੀ। ਅੱਛਾ, ਅਸੀਂ ਲਗਜ਼ਰੀ ਤੇ ਅੱਜ ਕਾਫੀ ਗੱਲਬਾਤ ਹੋਈ, ਲਾਈਫ ਸਟਾਈਲ ਤੇ ਅਸੀਂ ਜ਼ਿਕਰ ਕਰ ਰਹੇ ਸੀ। ਅਸੀਂ ਤੁਹਾਡੀਆਂ ਤਸਵੀਰਾਂ ਜਦੋਂ ਦੇਖਦੇ ਹਾਂ, ਤੁਹਾਡਾ ਗੈਟਅਪ ਜਦੋਂ ਦੇਖਦੇ ਹਾਂ, ਤੁਸੀਂ ਤਿਆਰ ਹੋ ਤਾਂ ਹੀ ਮੈਨੂੰ ਬੁਲਾਇਆ। ਨਹੀਂ ਚਲੋ, ਕਿਉਂਕਿ ਆਈ ਐਮ ਨਾਟ ਅਫੀਸ਼ੀਅਲ ਰਾਇਲ, ਉਹ ਚੀਜ਼ਾਂ ਨਾਲ ਰਲ ਜਾਂਦੀਆਂ। ਕਿਉਂਕਿ ਮੈਂ ਜ਼ਿਕਰ ਤੁਹਾਡੀ ਫਿਲਮ ਦਾ ਕਰਨਾ ਚਾਹੂੰਗਾ, ਦ ਬਲੈਕ ਪ੍ਰਿੰਸ, ਜਦੋਂ ਤੁਸੀਂ ਕੀਤੀ ਹੈ, ਤੁਸੀਂ ਇਹਨਾਂ ਚੀਜ਼ਾਂ ਨੂੰ ਬੜੀ ਬਰੀਕੀ ਨਾਲ, ਬੜੇ ਨੇੜਿਓਂ ਦੇਖਿਆ, ਮਹਿਸੂਸ ਕੀਤਾ। ਓਬਵੀਅਸਲੀ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਤੁਸੀਂ ਕਿਰਦਾਰ ਨਿਭਾਇਆ, ਕੀ ਲੱਗਿਆ ਤੁਹਾਡੇ ਜ਼ਿਹਨ ਦੇ ਵਿੱਚ ਉਸ ਵੇਲੇ? ਕੀ ਸੀ ਕਿ ਕਿਵੇਂ ਤੁਸੀਂ ਉਸ ਲਾਈਫ ਨੂੰ ਅੱਜ ਕੱਲ੍ਹ ਦੀ ਲਾਈਫ ਦੇ ਨਾਲ ਦੇਖਦੇ ਹੋ? ਕੀ ਚੀਜ਼ਾਂ ਦਾ ਕੁਝ ਫਰਕ ਹੈ? ਮੈਂ ਪਹਿਲਾਂ ਤੁਹਾਡੇ ਸਭ ਤੋਂ ਪਹਿਲੇ ਸਵਾਲ 'ਤੇ ਜਾਣਾ, ਜਦੋਂ ਸਾਈਂ ਤੋਂ ਵੀ ਪਹਿਲਾਂ ਸੀਗਾ ਜੀ, ਉਹ ਸੀਗਾ ਕਿ ਤੁਹਾਡੇ ਲਈ ਲਗਜ਼ਰੀ ਜਾਂ ਰਾਇਲਟੀ ਕੀ ਹੈ? ਹਾਂ, ਲਗਜ਼ਰੀ ਦਾ ਮਤਲਬ ਕੀ ਹੈ? ਹਾਂ, ਮੈਂ ਸਟੇਟ ਸੀਗਾ, ਤੇ ਕੇਟ ਵਿੰਸਲੈਟ ਇੱਕ ਐਕਟਰੈਸ ਹੈ ਜਿਹੜੀ ਟਾਈਟੈਨਿਕ ਦੇ ਫੀਮੇਲ ਐਕਟਰੈਸ ਸੀਗੇ। ਉਹਨਾਂ ਦੀ ਇੱਕ ਮੈਨੂੰ ਲੱਗਦਾ ਕਿਸੇ ਵਾਚ ਦੀ ਐਡਵਰਟਾਈਜ਼ਮੈਂਟ ਹੈ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਐਲੀਗੈਂਸ ਇਜ਼ ਐਨ ਐਟੀਟਿਊਡ। ਜੀ, ਮਤਲਬ ਉਹਦਾ ਇਹ ਟੈਗ ਲਾਈਨ ਹੈ। ਮੈਂ ਕਿਹਾ ਟੈਗ ਹੀ ਉਹਦੀ ਹੋਣੀ ਹੈ। ਸੋ ਉਹ ਲਾਈਨ ਮੈਨੂੰ ਬਹੁਤ ਅਟਰੈਕਟ ਕਰਦੀ ਹੈ ਕਿ ਯਾਰ ਕਿ ਐਲੀਗੈਂਸ 'ਚ ਵੀ ਇੱਕ ਐਟੀਟਿਊਡ ਹੋ ਸਕਦਾ। ਮੇਰੇ ਲਈ ਰਾਇਲਟੀ ਐਂਡ ਲਗਜ਼ਰੀ ਦਾ ਮਤਲਬ ਹੈ ਮੈਨਰਿਜ਼ਮ, ਡੈਲੀਕੇਸੀ, ਸੋਫਿਸਟੀਕੇਸ਼ਨ, ਸਿਵਲਾਈਜੇਸ਼ਨ। ਇਹ ਸਾਰੀਆਂ ਚੀਜ਼ਾਂ ਉਹਦੀਆਂ ਮੈਨੂੰ ਮਤਲਬ ਕਿ ਪੈਰਲਰ ਉਹਦੇ ਉੱਤੇ ਲੱਗਦੀਆਂ ਨੇ। ਕਿ ਜਦੋਂ ਕੋਈ ਚੀਜ਼ ਕਹੂਗਾ ਨਾ ਕਿ ਰਾਇਲ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਹਿਣੇ ਪਾਏ ਹੋਏ ਆ ਤੇ ਤੁਸੀਂ ਹੀਰੇ ਲਾਏ ਹੋਏ ਆ। ਮੇਰੇ ਲਈ ਕਿ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਤਮੀਜ਼ ਹੈ, ਜੀ, ਜਿਸ ਬੰਦੇ ਦੀ
ਅਦਾਇਗੀ ਦੇ ਵਿੱਚ, ਬੋਲਣ 'ਚ, ਰਿਐਕਸ਼ਨ 'ਚ, ਐਕਸ਼ਨ ਦੇ ਵਿੱਚ ਇੱਕ ਨਫਾਸਤ ਆ। ਮੇਰੇ ਲਈ ਦੈਟ ਇਜ਼ ਰੋਇਲਟੀ। ਸੋ ਤੁਸੀਂ ਜਦੋਂ ਆਪਣੇ ਗਾਣੇ ਚੂਜ਼ ਕਰਦੇ ਹੋ, ਲਿਖਦੇ ਹੋ, ਉਸ ਦਾ ਵੀਡੀਓ ਬਣਾਉਂਦੇ ਹੋ, ਕੀ ਤੁਹਾਡੇ ਦਿਮਾਗ 'ਚ ਕੋਈ ਕਲਾਸ ਹੁੰਦੀ ਹੈ ਕਿ ਮੈਂ ਇਸ ਕਲਾਸ ਲਈ ਗਾ ਰਿਹਾ, ਜਾਂ ਕਦੇ ਤੁਹਾਨੂੰ ਇਸ ਤਰੀਕੇ ਦੇ ਕਮੈਂਟਸ ਆਏ ਹੋਣ ਕਿ ਸਰਤਾਜ ਤਾਂ ਬਹੁਤ ਉੱਚੇ ਲੈਵਲ ਦੇ ਨੇ, ਉਹ ਤਾਂ ਗੱਲ ਇਸ ਤਰੀਕੇ ਦਾ ਹੋਇਆ ਹੋਣਾ ਜ਼ਿੰਦਗੀ 'ਚ? ਹੁੰਦਾ ਹੈ, ਪਰ ਹੁਣ ਪਤਾ ਕੀ ਹੈ, ਇਹ ਤਾਂ ਜਿਹੜਾ ਫੋਰੈਂਸਿਕ ਸਾਇੰਸ ਹੀ ਦੱਸ ਸਕਦਾ ਕਿ ਮੇਰੇ 'ਚ ਉਹ ਬਿਲਕੁਲ ਨਹੀਂ ਹੈਗਾ। ਜੇਕਰ ਕੋਈ ਟੈਸਟਿੰਗ ਮਸ਼ੀਨ ਹੈਗੀ ਹੈ ਤਾਂ ਦੇ ਕੈਨ ਡੂ ਦੈਟ। ਕਿ ਮੇਰੇ ਲਈ ਕਦੇ ਵੀ ਇੰਨਾ ਜ਼ਰੂਰ ਹੈ ਕਿ ਜਦੋਂ ਵੀ ਕੋਈ ਗਾਣਾ ਲਿਖ ਹੋ ਜਾਂਦਾ, ਉਸ ਤੋਂ ਬਾਅਦ ਜਦੋਂ ਮੈਨੂੰ ਰਿਕਾਰਡ ਕਰਦਾ ਤੇ ਮੇਰੇ ਜ਼ਿਹਨ ਦੇ ਵਿੱਚ ਸਟੇਜ ਹੁੰਦੀ ਹੈ। ਕਦੀ ਟੈਲੀਵਿਜ਼ਨ ਜਾਂ ਸਿਨੇਮਾ ਨਹੀਂ ਹੁੰਦਾ ਕਿ ਅੱਛਾ ਇਹ ਟੀਵੀ ਤੇ ਕਿੱਦਾਂ ਲੱਗੂਗਾ, ਇਹ ਰੇਡੀਓ ਤੇ ਕਿਹੋ ਜਿਹਾ ਵੱਜੇਗਾ, ਇਹ ਕਿਸ ਤੇ ਵੱਜੇਗਾ। ਮੈਨੂੰ ਹੁੰਦਾ ਕਿ ਸਟੇਜ ਤੇ ਕਿਹੋ ਜਿਹਾ ਲੱਗੇਗਾ। ਉਹ ਮੇਰੀ ਪ੍ਰਾਇੋਰਿਟੀ ਆ। ਮੈਂ ਮਤਲਬ ਜੇਕਰ ਮੇਰੀ ਪਹਿਲੀ ਆਸ਼ਕੀ ਸਟੇਜ ਹੈ, ਬਾਕੀ ਸਾਰੀਆਂ ਚੀਜ਼ਾਂ ਮੇਰੇ ਲਈ ਸੈਕੰਡਰੀ ਨੇ। ਫਿਲਮਸ ਵੀ ਮਤਲਬ ਕਿ ਮੈਂ ਉਨੀ ਇੰਜੋਏ ਨਹੀਂ ਕਰਦਾ ਜਿੰਨੀ ਮੈਂ ਸਟੇਜ ਕਰਦਾ। ਸੋ ਕਦੀ ਵੀ ਕਲਾਸ ਮੇਰੇ ਜ਼ਿਹਨ 'ਚ ਨਹੀਂ ਹੁੰਦੀ। ਇਹ ਜ਼ਰੂਰ ਖਵਾਹਿਸ਼ ਹੁੰਦੀ ਹੈ ਕਿ ਯਾਰ ਤਮਾਮ ਦੁਨੀਆ ਦੇ ਲੋਕ, ਚਾਹੇ ਉਹ ਖੇਤੀਬਾੜੀ ਕਰਦੇ, ਚਾਹੇ ਉਹ ਦੁਕਾਨਦਾਰ ਆ, ਚਾਹੇ ਉਹ ਪ੍ਰਿੰਸੀਪਲ ਆ, ਚਾਹੇ ਉਹ ਕੋਈ ਨਿਊਜ਼ 18 ਦਾ CEO ਆ, ਉਹ ਸਾਰਿਆਂ ਨੂੰ ਇੱਕੋ ਜਿਹੇ ਸਮਝ ਆਉਣ, ਸਾਰੇ ਉਹਦੇ ਨਾਲ ਗੁਣਗੁਣਾਉਣ। ਸੋ ਜਿਹੜੀ ਮੇਰੀ ਜ਼ਿੰਦਗੀ ਦੀ, ਜਦੋਂ ਵੀ ਕੋਈ ਪੁੱਛਦਾ ਤੁਹਾਡਾ ਕੋਈ ख्वाब ਹੈ, ਮੇਰਾ ਇੱਕੋ ਹੀ ख्वाब ਹੈ ਕਿ ਮੁਕੰਮਲ ਜਹਾਨ 'ਚ ਜਿੰਨੀਆਂ ਵੀ ਲੈਂਗੁਏਜਸ ਨੇ, ਚਾਹੇ ਜੈਪਨੀਜ਼ ਨੇ, ਸਪੈਨਿਸ਼ ਨੇ, ਫਰੈਂਚ ਨੇ, ਕੋਈ ਵੀ ਲੋਕ ਨੇ, ਤੁਸੀਂ, ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਤੁਸੀਂ ਪੰਜਾਬੀ ਜ਼ੁਬਾਨ ਦੇ ਨੁਮਾਇੰਦੇ ਹੋ, ਇਹਦੇ ਪੋਇਟ ਹੋ, ਇਹਦੇ ਸ਼ਾਇਰ ਹੋ। ਮੇਰੀ ਇਹ ਖਵਾਹਿਸ਼ ਹੈ ਕਿ ਤੁਹਾਡੀ ਸ਼ਾਇਰੀ ਦੇ ਤਸੱਵਰ ਨੂੰ, ਤੁਹਾਡੇ ਖਿਆਲਾਤ ਨੂੰ ਤਮਾਮ ਦੁਨੀਆ ਦੇ ਲੋਕ ਘੱਟੋ ਘੱਟ ਜੇਕਰ ਇੰਜੋਏ ਨਹੀਂ ਕਰ ਸਕਦੇ, ਘੱਟੋ ਘੱਟ ਅੰਡਰਸਟੈਂਡ ਜ਼ਰੂਰ ਕਰਨ। ਸੋ ਦਿਸ ਇਜ਼ ਦੀ ਓਨਲੀ ਚਲੋ ਤੁਸੀਂ ਆਪ ਹੀ ਜ਼ਿਕਰ ਕਰ ਲਿਆ, ਮੈਂ ਉਸ ਤੇ ਆ ਰਿਹਾ ਸੀ, ਉਸ ਦੀਆਂ 2 ਲਾਈਨਾਂ ਜ਼ਰੂਰ ਸੁਣਨੀਆਂ ਗੁਰਮੁਖੀ ਦਾ ਬੇਟਾ। मैं तो ये समझता कि यार राज़े दिल कभी उनके रूबरू भी हो जाए, शायरी तो होती रहती है, गुफ्तगू भी हो जाए। गाने तो तुझ मेरी रोज़ ही सुनते हो, भी सुना। चलो हाँ जिन्हों खुद बना के शायर करते ने बख्शी कविता, जिन्हों खुद बना के शायर करते ने बख्शी कविता, सरताज नाम दे के ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋਰਦੇ ਨੇ ਅੱਖਰ। ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਆ ਕਿਸੇ ਹੋਰ ਦੇ ਨੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਵਾਕਈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਬਹੁਤ ਨਜ਼ਦੀਕ ਲੈ ਆਉਂਦੀਆਂ ਕਿਰਦਾਰਾਂ ਦੇ। ਜਿਸ ਤਰੀਕੇ ਨਾਲ ਤੁਸੀਂ ਜਿਹੜੀ ਜ਼ਿੰਦਗੀ ਜਿਉ ਰਹੇ ਹੋ, ਜਿਸ ਵਰਲਡ 'ਚ ਆਪਾਂ ਰਹਿੰਦੇ ਹਾਂ, ਜਿਸ ਭਾਸ਼ਾ ਨੂੰ ਆਪਾਂ ਬੋਲਦੇ, ਕਿਉਂਕਿ ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ, ਤੁਸੀਂ ਜ਼ਫਰਨਾਮਾ ਗਾਇਆ ਜੀ। ਔਰ ਮਤਲਬ ਮੈਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਜਰਨਲਿਸਟ ਹੈ, TV ਐਂਕਰ ਹੈ, ਇੰਨੇ ਸਾਲਾਂ ਤੋਂ, ਪਰ ਲੱਖ ਕੋਸ਼ਿਸ਼ ਕਰ ਲਈਏ ਅਸੀਂ ਉਹ ਭਾਸ਼ਾ ਨਹੀਂ ਬੋਲ ਸਕਦੇ ਔਰ ਉਸ ਤਰੀਕੇ ਨਾਲ ਨਹੀਂ ਗਾ ਸਕਦੇ। ਪਰ ਮੈਂ ਉਸ ਨੂੰ ਗੀਤ ਤਾਂ ਨਹੀਂ ਕਹੂੰਗਾ, ਜ਼ਫਰਨਾਮਾ ਜਿਹੜਾ ਤੁਸੀਂ ਉਸ ਦੇ ਵਿੱਚ ਜੋ ਤੁਸੀਂ ਸ਼ਬਦਾਵਲੀ, ਉਹਦੇ ਪਿੱਛੇ ਕਿਸ ਤਰੀਕੇ ਦੀ ਮਿਹਨਤ ਸੀ ਔਰ ਕਿਵੇਂ ਤੁਸੀਂ ਉਸ ਭਾਸ਼ਾ ਨੂੰ ਸਿੱਖਿਆ ਔਰ ਗਾਇਆ? ਫਿਰ ਉਸ ਜਿਵੇਂ ਮੇਰਾ ਡਿਪਲੋਮਾ ਸੀਗਾ ਐਕਚੁਅਲੀ ਜ਼ੁਬਾਨੇ ਫਾਰਸੀ ਦੇ ਵਿੱਚ ਡਿਊਰਿੰਗ ਡਾਕਟਰੇਟ ਮੇਰੀ, ਕਿਉਂਕਿ PhD ਸੂਫੀ ਮਿਊਜ਼ਿਕ 'ਚ ਹੈ। ਸੋ ਨੈਸੈਸਿਟੀ ਵੀ ਸੀਗੀ, ਨੀਡ ਵੀ ਸੀਗੀ, ਅਤੇ ਮੇਰੀ ਖਵਾਹਿਸ਼ ਵੀ ਸੀਗੀ, ਮੇਰੀ ਡਿਜ਼ਾਇਰ ਵੀ ਸੀ। ਅਤੇ ਸਬੱਬ ਨਾਲ ਯੂਨੀਵਰਸਿਟੀ ਦੇ ਵਿੱਚ ਹੀ ਡਿਪਾਰਟਮੈਂਟ ਆਫ ਉਰਦੂ ਵੀ ਹੈਗਾ, ਪਰਸ਼ੀਅਨ ਵੀ ਡਿਪਾਰਟਮੈਂਟ ਹੈਗਾ। ਅਤੇ ਡਿਊਰਿੰਗ ਡਾਕਟਰੇਟ ਮੇਰਾ 2 ਸਾਲ ਦਾ ਉਹ ਸਰਟੀਫਿਕੇਟ ਕੋਰਸ ਐਂਡ ਡਿਪਲੋਮਾ ਹੋਇਆ ਸੀਗਾ। ਅਤੇ ਉਹਦੇ ਨਾਲ ਤੁਹਾਡੀ ਜਿਹੜੀ ਮੁਹੱਬਤ ਆ ਜ਼ੁਬਾਨ ਨਾਲ ਹੋਰ ਵੱਧ ਜਾਂਦੀ ਹੈ। ਔਰ ਦੂਸਰੀ ਉਸ ਚੀਜ਼ ਦਾ ਕਨੈਕਸ਼ਨ ਅੱਜ ਦੀ ਇਸ ਰੋਇਲਟੀ ਦੇ ਨਾਲ ਇਸ ਤਰ੍ਹਾਂ ਜਾਂਦਾ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹੜੇ ਕਿ ਮੈਨੂੰ ਲੱਗਦਾ ਕਿ ਬਿਗੇਸਟ ਰੋਇਲ ਸਾਡੀ ਇਸ ਡਾਇਸਪੋਰਾ ਦੇ ਹੋਏ ਆ, ਉਹਨਾਂ ਦੀ ਦਰਬਾਰੀ ਜ਼ੁਬਾਨ ਫਾਰਸੀ ਸੀ। ਜਦੋਂ ਲਾਹੌਰ ਦਰਬਾਰ ਲੱਗਦਾ ਤਾਂ ਉਹਦੇ ਵਿੱਚ ਜਿੰਨੀ ਵੀ ਦਰਬਾਰੀ ਕੰਮਕਾਜ ਹੁੰਦੇ ਆ, ਓਫੀਸ਼ੀਅਲ ਜਿੰਨਾ ਵੀ ਵਰਕ ਹੋਣਾ, ਉਹਦਾ ਜਿਹੜਾ ਲਿੰਗੁਇਸਟਿਕ ਪਾਰਟ ਆ ਉਹ ਪਰਸ਼ੀਅਨ ਆ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਚੇਂਜ ਵੀ ਸੀਗੀ, ਕਹਿ ਸਕਦਾ ਬਹੁਤ ਵੱਡੀ ਚੀਜ਼ ਹੈ ਕਿ ਸਾਡੀ ਜਿਹੜੀ ਸਪਤ ਸਿੰਧੂ, ਉਸ ਤੋਂ ਬਾਅਦ ਪੰਜਾਬ, 7 ਤੋਂ 5 ਹੋ ਕੇ
ਉਹਨਾਂ ਨੇ ਓਫੀਸ਼ੀਅਲ ਲੈਂਗੁਏਜ ਉਹ ਕਿਉਂ ਰੱਖੀ ਹੋਗੀ, ਉਹਦੇ ਕੋਈ ਰੀਜ਼ਨਸ ਹੋਣਗੇ, ਕਿਉਂਕਿ ਉਸ ਤੋਂ ਪਹਿਲਾਂ ਹਮਲਾਵਰ ਚਾਹੇ ਇੱਥੇ ਆਉਂਦੇ ਹੋਣਗੇ ਜਾਂ ਇੱਥੇ ਲੋਕ ਜ਼ਿਆਦਾ ਰਹਿ ਗਏ ਹੋਣਗੇ ਜਿਹੜੇ ਉਸ ਜ਼ਬਾਨ ਨੂੰ ਜਾਂ ਤਾਂ ਪੌਸ਼ ਸਮਝਦੇ ਆ, ਅਲੀਟ ਸਮਝਦੇ ਆ, ਰਾਇਲ ਸਮਝਦੇ ਆ, ਪ੍ਰੋਬੇਬਲੀ ਇਹ ਹੋਊਗਾ, ਜਾਂ ਉਹਦੇ ਵਿੱਚ ਪੋਸੀਬਿਲਿਟੀਜ਼ ਜ਼ਿਆਦਾ ਹੋਣਗੀਆਂ, ਕੈਪੇਬਿਲਿਟੀਜ਼ ਜ਼ਿਆਦਾ ਹੋਣਗੀਆਂ। ਸੋ ਇੱਕ ਤਾਂ ਤੁਸੀਂ ਅੱਜ ਵੀ ਕਦੀ ਸਰਵੇ ਕਿਸੇ ਤੋਂ ਕਰਵਾ ਕੇ ਦੇਖਿਓ ਜਾਂ ਕਿਸੇ ਨੂੰ ਜ਼ਰੂਰ ਕਹੋ ਕਿ PhD ਕਰੇ ਕੋਈ ਲਿੰਗੁਇਸਟਿਕ ਡਿਪਾਰਟਮੈਂਟ ਦੇ ਵਿੱਚ, ਕਿ ਸਾਡੀ ਜ਼ੁਬਾਨ ਪੰਜਾਬੀ ਦੇ ਵਿੱਚ ਕਿੰਨੇ ਲਫ਼ਜ਼ ਜਿਹੜੇ ਆ ਜ਼ੁਬਾਨ ਉਰਦੂ ਦੇ ਹੈਗੇ ਆ। ਉਰਦੂ ਦੇ ਜੀ ਪਰਸੈਂਟੇਜ ਕੱਢੋਗੇ ਤਾਂ ਮੈਨੂੰ ਲੱਗਦਾ 40+ ਜਾਣੀ ਆ। ਸਾਨੂੰ ਜ਼ਿਆਦਾਤਰ ਪਤਾ ਨਹੀਂ ਲੱਗਦਾ, ਕਈ ਲਫ਼ਜ਼ ਇਹੋ ਜਿਹੇ ਨੇ। ਪੰਜਾਬ ਲਫ਼ਜ਼ ਆਪਣੇ ਆਪ 'ਚ ਪਰਸ਼ੀਅਨ ਦਾ ਲਫ਼ਜ਼ ਹੈ, ਸਰਦਾਰ ਪਰਸ਼ੀਅਨ ਦਾ ਲਫ਼ਜ਼ ਹੈ, ਸਰਤਾਜ ਪਰਸ਼ੀਅਨ ਦਾ ਲਫ਼ਜ਼ ਹੈ, ਸਰਪੇਜ ਪਰਸ਼ੀਅਨ ਦਾ ਲਫ਼ਜ਼ ਹੈ। ਜਿੰਨੇ ਤੁਸੀਂ ਲਾਓਗੇ ਉਹ ਸਾਰੇ ਉਹਨਾਂ ਦੇ ਨੇ। ਸੋ ਇਸ ਕਰਕੇ ਉਹ ਹੌਲੀ ਹੌਲੀ ਜਿਹੜੀ ਤਾਂਘ ਹੈ ਉਹ ਜ਼ਫਰਨਾਮੇ ਤੱਕ ਪਹੁੰਚਦੀ ਆ। ਜਦੋਂ ਸਾਹਿਬ ਕਮਾਲ ਦਸਵੇਂ ਨਾਨਕ ਇੱਕ ਇੰਨੀ ਪ੍ਰੋਫਾਊਂਡ ਕ੍ਰੀਏਟੀਵਿਟੀ, ਇੰਨੀ ਪ੍ਰੋਫਾਊਂਡ ਪੋਇਟਰੀ ਇੱਕ ਲੈਟਰ ਦੀ ਫਾਰਮ ਦੇ ਵਿੱਚ ਉਹਨੂੰ ਬਿਊਟੀਫਾਈ ਕਰਕੇ, ਇੱਕ ਉਹਦਾ ਸ਼ਾਇਰੀ ਦਾ ਦੇਖੋ ਇੱਕੋ ਇੱਕ ਮਕਸਦ ਜਾਂ ਮਾਇਨਾ ਹੁੰਦਾ ਕਿ ਕੋਈ ਵੀ ਸਿੱਧੀ ਕਹੀ ਹੋਈ ਚੀਜ਼ ਨੂੰ ਜਦੋਂ ਤੁਸੀਂ ਬਹਿਰ, ਤਰਨਮ ਅਤੇ ਇੱਕ ਫਾਰਮੇਸ਼ਨ 'ਚ ਕਹਿ ਦਿੰਦੇ ਆ ਅਤੇ ਉਹਦਾ ਅਸਰ ਮੈਨੂੰ ਲੱਗਦਾ 100 ਗੁਣਾ ਹੋ ਜਾਂਦਾ। ਮੈਂ ਇੱਕ ਵਾਰੀ ਗਾਣਾ ਲਿਖਿਆ ਸੀਗਾ ਕਿ ਗੱਲ ਦਾ ਗੀਤ ਬਣਾਉਣਾ ਇੱਕ ਉਸਤਾਦੀ ਏ, ਵੈਸੇ ਹੀ ਚੰਗੀ ਲੱਗਦੀ ਗੱਲ ਤਾਂ ਸਾਦੀ ਏ। ਕਈ ਵਾਰੀ ਕੋਈ ਬਹੁਤ ਹੀ ਸਾਦਾ ਗੱਲ ਹੁੰਦੀ ਹੈ ਪਰ ਤੁਸੀਂ ਉਹਨੂੰ ਗੀਤ ਜਾਂ ਸ਼ਾਇਰੀ 'ਚ ਕਹਿ ਦਿੰਦੇ ਆ ਅਤੇ ਉਹ ਇੰਨੀ ਜ਼ਿਆਦਾ ਅਸਰਦਾਰ ਹੋ ਜਾਂਦੀ ਹੈ। ਹੁਣ ਜੇ ਮੈਂ ਕਹਾਂ ਕਿ ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਇਹ ਆਪਣੇ ਆਪ 'ਚ ਇੱਕ ਵਾਰਤਕ ਦੀ ਲਾਈਨ ਹੈ, ਪ੍ਰੋਜ਼ ਦੀ ਲਾਈਨ ਹੈ। ਪਰ ਜਦੋਂ ਕਿ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਜਦੋਂ ਕਾਫੀ ਰਦੀਫ ਨਾਲ ਰਲ ਗਿਆ, ਯਾਰ ਇਹ ਤੇ ਬੜੀ ਫਿਰ ਉਹ ਲਗਜ਼ਰੀ ਨਾਲ ਜੁੜ ਗਿਆ ਕਿ ਮੁੰਡਾ ਸ਼ਹਿਰ ਦਾ ਸ਼ਹਿਰੀ ਪਿੰਡ ਆ ਕੇ। ਸੋ ਜ਼ਫਰਨਾਮੇ ਦੇ ਪਿੱਛੇ ਜਿਹੜਾ ਤੁਸੀਂ ਕਿਹਾ, ਇੱਕ ਤਾਂ ਲੋਕਡਾਊਨ ਸੀਗਾ, ਬਹੁਤ ਦੇਰ ਬਾਅਦ ਸਾਰਿਆਂ ਲੋਕਾਂ ਨੂੰ ਜਾਂ ਮੈਨੂੰ ਆਪਣੇ ਆਪ ਨਾਲ ਵਕਤ ਬਿਤਾਉਣ ਦਾ ਮੌਕਾ ਮਿਲਿਆ। ਦਿਸ ਵਾਜ਼ ਦੀ ਮੋਸਟ ਫਰਟਾਈਲ ਈਅਰ ਫਾਰ ਮੀ ਬੀਇੰਗ ਅ ਪੋਇਟ। ਮੈਂ 200 ਦੇ ਕਰੀਬ ਅਫਸਾਨੇ ਉਹਦੇ ਡਿਊਰਿੰਗ ਲਿਖੇ ਆ, ਜਿਹੜੀਆਂ ਕੰਪੋਜੀਸ਼ਨ ਵੀ ਕੀਤੀਆਂ, ਰਿਕਾਰਡ ਵੀ ਕੀਤੇ, ਕੁਝ ਜਿੰਨਾ ਕੁ ਵੀਡੀਓ ਦੇ ਲਈ ਪੋਸੀਬਿਲਿਟੀ ਸੀਗੀਆਂ ਸੀ ਉਹ ਵੀ ਕੀਤੀਆਂ। ਜ਼ਫਰਨਾਮਾ ਉਸ ਕੀ ਕਹਿੰਦੇ ਹੁੰਦੇ ਆ ਕਿ ਇੱਕ ਸੋਲੀਚਿਊਡ ਦੇ ਵਿੱਚੋਂ ਨਿਕਲੀ ਹੋਈ ਚੀਜ਼ ਆ। ਉੱਦਾਂ ਤੁਹਾਡੀ ਕੰਸਨਟ੍ਰੇਸ਼ਨ ਹੋਰ ਹੋ ਗਈ, ਕਨਵਰਸੇਸ਼ਨ ਫੋਨ 'ਤੇ ਹੋ ਸਕਦੀ ਸੀ। ਅੰਬੈਸੀ ਆਫ ਇਰਾਨ ਜਿਹੜੀ ਦਿੱਲੀ ਦੇ ਵਿੱਚ ਆ, ਉੱਥੇ ਮੇਰੇ ਕੁਝ ਵਾਕਿਫ ਸੀਗੇ ਜੀ, ਔਰ ਈਰਾਨ ਤੋਂ ਵੀ ਕੁਝ ਲੋਕ ਸੀਗੇ, ਜਾਂ ਮੁਜ਼ੱਫਰ ਅਲੀ ਸਾਹਿਬ ਜਿਹੜੇ ਲਖਨਊ ਦੇ, ਉਹ ਵੀ ਰਾਇਲ ਨੇ, ਨਵਾਬ ਨੇ, ਉਹ ਦਿੱਲੀ ਰਹਿੰਦੇ ਆ ਹੁਣ, ਮਹਿਰੌਲੀ, ਉਹਨਾਂ ਨਾਲ ਵੀ ਮੇਰਾ ਰਾਬਤਾ ਹੁੰਦਾ ਰਿਹਾ ਜੀ। ਅਤੇ ਡਿਊਰਿੰਗ ਦੈਟ ਕਿ ਮੈਨੂੰ ਇਹ ਸੀਗਾ ਕਿ ਇੱਕ ਤਾਂ ਪਰਸ਼ੀਅਨ ਹੁੰਦੀ ਆ ਜਿਹੜੀ ਅਸੀਂ ਇੱਦਾਂ ਪੜ੍ਹ ਕੇ ਬੋਲ ਸਕਦੇ ਹਾਂ ਜੀ, ਇੱਕ ਪਰਸ਼ੀਅਨ ਹੁੰਦੀ ਹੈ ਜਿਹੜੀ ਇਰਾਨੀਅਨ ਐਕਸੈਂਟ ਦੀ ਹੁੰਦੀ ਹੈ। ਜਿਵੇਂ ਇੱਕ ਇੰਗਲਿਸ਼ ਹੈ ਜਿਹੜੀ ਅਸੀਂ ਬੋਲਦੇ ਹਾਂ, ਇੰਡੀਅਨ ਲੋਕ ਬੋਲਦੇ ਆ, ਇੱਕ ਇੰਗਲਿਸ਼ ਹੈ ਜਿਹੜੀ ਬ੍ਰਿਟਿਸ਼ ਬੋਲਦੇ ਆ। ਉਹਦੇ ਵਿੱਚ ਤੁਸੀਂ 100 ਜ਼ੋਰ ਲਾ ਲਓ, ਫਰਕ ਕਿਤੇ ਨਾ ਕਿਤੇ ਐਕਸੈਂਟ ਦਾ ਰਹਿਣਾ ਹੀ ਰਹਿਣਾ ਹੈ। ਤਾਂ ਹੀ ਜਦੋਂ ਕਿਸੇ ਫਿਲਮ ਦੇ ਲਈ ਐਕਟਰ ਨੂੰ ਚੂਜ਼ ਕੀਤਾ ਜਾਂਦਾ ਤੇ ਉਹਦੇ ਐਕਸੈਂਟ ਨੂੰ ਸਭ ਤੋਂ ਪਹਿਲਾਂ ਪ੍ਰਾਇਓਰੀਟਾਈਜ਼ ਕੀਤਾ ਜਾਂਦਾ, ਫਿਰ ਉਹਦੀਆਂ ਬਾਕੀ ਲੁੱਕਸ ਤੇ ਉਹਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਤੁਸੀਂ ਫਿਰ ਕਹੋਗੇ ਕਿ ਵਾਰ-ਵਾਰ ਕਹਿ ਰਿਹਾ, ਪਰ ਇੰਨਾ ਕੁ ਧੱਕਾ ਤੇ ਇੱਕ ਗਾਇਕ ਨਾਲ ਚੱਲ ਜਾਂਦਾ ਹੈ। ਉਸੇ ਜ਼ਫਰਨਾਮੇ ਦੀਆਂ ਮੈਂ ਚਾਹੂੰਗਾ ਉਸ ਭਾਸ਼ਾ ਦੇ ਵਿੱਚ। ਅੱਛਾ, ਓਹੋ, ਉਹ ਦਰ भी देखो रहनमू के बीगुनो भी चुनो। के साहिब शऊरस्त आजिज नवाज गरीब परस्तो गनी मुल्गदाज शरीयत परस्तो फजीलत माब हकीकत शनासो नबीउल किताब के दानिश पे अस्त साहिब शऊर हकीकत शनासस्त जाहिर जहूर शनासिंदा ये इल्म आलम खुदाए कशाइंदा ये कारे आलम कुशाए गुजारिंदा ये कारे आलम कबीर शनासिंदा ये इल्म आलम अमीर
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ। ਮੈਂ ਜਿਸ ਦਿਨ ਤੋਂ ਇਹ ਸੁਣਿਆ ਸੀ ਉਸ ਦਿਨ ਤੋਂ ਮੇਰੇ ਦਿਮਾਗ 'ਚ ਇਹ ਸੀਗਾ ਜਾਂ ਮੇਰੀ ਖੁਆਇਸ਼ ਸੀ ਕਿ ਜਿਸ ਦਿਨ ਆਪਾਂ ਬੈਠੇ ਇਕੱਠੇ ਕਿਸੇ ਵੀ ਇੰਟਰਵਿਊ ਲਈ ਇਹ ਜ਼ਰੂਰ ਸੁਣਾਂਗੇ। ਸੋ ਇਹ ਵਰਸਟੈਲਿਟੀ ਹੈ, ਇੱਕ ਵਰਸਟਾਈਲ। ਤੁਸੀਂ ਜਦੋਂ ਕਲਾ ਦੇ ਵੱਖ-ਵੱਖ ਰੰਗ ਹੁੰਦੇ ਆ ਤਾਂ ਬੇਸਿਕਲੀ ਜਦੋਂ ਤੁਸੀਂ ਫਨਕਾਰੀ ਆਪਣੇ ਫਨ ਨੂੰ ਮੁਹੱਬਤ ਕਰਦੇ ਆ, ਆਸ਼ਕੀ ਕਰਦੇ ਆ, ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ ਜਦੋਂ ਤੁਸੀਂ ਸਿਰਫ ਕਹਿੰਦੇ ਦੋ ਚਾਰ ਕਰਨਾ ਕਿ ਅੱਛਾ ਇਹਦੇ ਮੇਰੇ ਬੈਨੀਫਿਟਸ ਕੀ ਹੋਣਗੇ, ਇਹ ਕੀ ਹੋਊਗਾ, ਫਿਰ ਇਹ ਚੀਜ਼ਾਂ ਕੀਤੀਆਂ ਹੀ ਨਹੀਂ ਜਾ ਸਕਦੀਆਂ। ਇਹ ਉਹਨਾਂ ਤੋਂ ਬਾਹਰ ਨੇ। ਮਤਲਬ ਕਿ ਤੁਸੀਂ ਸਿਰਫ ਫਨਕਾਰ ਜਦੋਂ ਹੁੰਦੇ ਆ, ਉਸ ਤੋਂ ਇਲਾਵਾ ਕੁਝ ਨਹੀਂ ਹੁੰਦੇ। ਇਹ ਚੀਜ਼ਾਂ ਉਦੋਂ ਹੋ ਸਕਦੀਆਂ ਤੇ ਮੈਂ ਇਸ ਗੱਲੋਂ ਆਪਣੇ ਆਪ ਨੂੰ ਬਹੁਤ ਵਡਭਾਗੀ, ਖੁਸ਼ਕਿਸਮਤ, ਫੋਰਚੂਨੇਟ, ਜੋ ਵੀ ਤੁਸੀਂ ਐਡਜੈਕਟਿਵ ਲਾਣਾ। ਮੈਂ ਇਸੇ ਚੀਜ਼ ਨੂੰ ਅਦਾਕਾਰੀ ਦੇ ਨਾਲ ਵੀ ਜੋੜਨਾ ਚਾਹੂੰਗਾ ਤੁਹਾਡੇ ਕੰਟੈਕਸਟ ਦੇ ਵਿੱਚ ਕਿ ਤੁਸੀਂ ਬਲੈਕ ਪ੍ਰਿੰਸ ਕਰਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਇੱਕੋ ਮਿੱਕੇ ਕਰਦੇ ਹੋ। ਸੋ ਬਲੈਕ ਪ੍ਰਿੰਸ ਤੋਂ ਇੱਕੋ ਮਿੱਕੇ ਦਾ ਮਤਲਬ ਡਿਫਰੈਂਟ ਕਿਵੇਂ ਉਸ ਨੂੰ ਜਿਉਆ ਦੋਨਾਂ ਕਿਰਦਾਰਾਂ ਨੂੰ? ਬਲੈਕ ਪ੍ਰਿੰਸ ਤਾਂ ਓਬਵੀਅਸਲੀ ਮੇਰੀ ਜ਼ਿੰਦਗੀ ਦਾ ਇੱਕ ਮਰਹਲਾ ਸੀ ਜਿਹੜਾ ਤੈਅ ਕਰਦਾ ਸ਼ਾਇਦ ਕਿਤੇ ਨਾ ਕਿਤੇ ਲਿਖਿਆ ਹੋਣਾ। ਉਹਦੇ ਤਕਰੀਬਨ ਸਾਰੇ ਗੀਤ ਜਿਹੜੇ ਆ ਉਹ ਉਸ ਤੋਂ 7-7 8-8 ਸਾਲ ਪਹਿਲਾਂ ਦੇ ਲਿਖੇ ਹੋਏ ਆ ਜੀ। ਬਟ ਕੈਨ ਯੂ ਇਮੇਜਿਨ ਕਿ Second of October 2009 ਜੀ ਮੈਂ ਉੱਥੇ ਲੈਂਡ ਹੋਇਆ ਸੀਗਾ। ਸ਼ਾਇਰ ਬੰਦੇ ਨੇ ਤਾਂ ਜਿੱਥੇ ਵੀ ਵਕਤ ਮਿਲਿਆ ਉਹਨੇ ਲਿਖ ਹੀ ਲੈਣਾ। ਮੈਂ ਲੈਂਡ ਹੋਇਆ ਤੇ ਉਹਦੀ ਕਿਊ ਬਹੁਤ ਲੰਬੀ ਸੀਗੀ। ਤੁਸੀਂ ਕੀ ਕਹਿੰਦੇ ਉਹਨੂੰ, ਵਟਐਵਰ, ਜਦੋਂ ਤੁਸੀਂ ਕਿਸੇ ਕੰਟਰੀ 'ਚ ਐਂਟਰ ਕਰਦੇ ਆ ਤੇ ਮੈਂ ਲਿਖਿਆ ਕਿ ਚੜ੍ਹਦਾ ਸੂਰਜ ਵੇਖਿਆ ਜਦ ਉਤਰੇ ਯੂਕੇ, ਕਿਰਨਾਂ ਦਾ ਰੰਗ ਕੇਸਰੀ ਮੱਥੇ ਨੂੰ ਛੂਹ ਕੇ, ਇੰਗਲਿਸਤਾਨਾਂ ਵਿੱਚ ਵਸਦੀ ਸੰਗੀਤ ਦੀ ਦੁਨੀਆ, ਦੁੱਖੜੇ ਭੁੱਲ ਕੇ ਹੁਣ ਵਸਦੀ ਏ ਪ੍ਰੀਤ ਦੀ ਦੁਨੀਆ, ਜਗ੍ਹਾ ਜਗ੍ਹਾ ਤੇ ਝੰਡੇ ਗੱਡਦੇ ਸਿੰਘ ਗੁਰੂ ਕੇ, ਚੜ੍ਹਦਾ ਸੂਰਜ ਵੇਖਿਆ ਜਦ ਉਤਰੇ ਯੂਕੇ, ਕਿਰਨਾਂ ਦਾ ਰੰਗ ਕੇਸਰੀ ਮੱਥੇ ਨੂੰ ਛੂਹ ਕੇ। ਸੋ ਇਹ ਮੇਰੀ ਪਹਿਲੀ ਲੈਂਡਿੰਗ ਸੀਗੀ ਬ੍ਰਿਟਨ ਦੇ ਵਿੱਚ। ਮੈਨੂੰ ਅੱਜ ਵੀ ਉਹ ਧਰਤੀ ਬੜੀ ਅਜ਼ੀਜ਼ ਆ, ਪਤਾ ਨਹੀਂ ਕਿਉਂ ਮੈਨੂੰ ਲੱਗਦਾ ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿਉਂਕਿ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਸਾਹਿਬਜ਼ਾਦਾ ਵਾਰਿਸ ਉਹਨਾਂ ਦਾ ਉੱਥੇ ਰਿਹਾ ਇੰਨੀ ਦੇਰ। ਮੈਨੂੰ ਕਿਸੇ ਸਾਡੇ ਦੋਸਤ ਸੀ, ਉਹ ਹੁਣ ਦੁਨੀਆ 'ਚ ਨਹੀਂ ਰਹੇ, ਹਰਵਿੰਦਰ ਸਿੰਘ ਰਾਣਾ ਉਹਦਾ ਨਾਮ ਹੈ। ਉਹ ਜਿਹੜੇ ਹੁਣ ਤਾਂ ਕੁਈਨ ਵਿਕਟੋਰੀਆ ਐਲਿਜ਼ਾਬੈਥ ਵੀ ਨਹੀਂ ਰਹੇ, ਉਹਨਾਂ ਦੇ ਯਾਰਡ 'ਚ ਜਦੋਂ ਉਹਨਾਂ ਦੀ ਪਿਛਲੀ ਜੁਬਲੀ ਹੋ ਰਹੀ ਸੀ 75th ਆਈ ਥਿੰਕ ਜਾਂ 50th, ਅਤੇ ਉਹਨਾਂ ਦੇ ਯਾਰਡ 'ਤੇ ਸੀਗੇ ਨਾਲ ਇੱਕ ਨੀਲੀ ਦਸਤਾਰ ਵਾਲੇ ਤੁਸੀਂ ਸਿੰਘ ਦੇਖੇ ਹੋਣੇ ਆ। ਉਹਨਾਂ ਦੀ ਆਣੀ ਜਾਣੀ ਸੀ ਬਕਿੰਗਮ ਪੈਲੇਸ ਰਾਇਲਸ ਦੇ ਨਾਲ। ਉਹ ਮੈਨੂੰ ਕਹਿੰਦੇ ਕਿ ਯਾਰ ਮੈਂ ਚਾਹੁੰਦਾ ਕਿ ਤੁਹਾਨੂੰ ਮੈਂ ਉਹਨਾਂ ਦੀ ਘਰ ਲੈ ਕੇ ਜਾਵਾਂ, ਉਹਨਾਂ ਦਾ ਜਿਹੜਾ ਕਬਰ ਆ। ਅਤੇ ਮੈਂ ਐਲਵਰਡਨ ਸਟੇਟ ਗਿਆ ਅਤੇ 22,496 ਏਕੜ ਦੀ ਉਹ ਸਟੇਟ ਆ। ਮੈਂ ਵਾਹਿਦ, ਮੈਨੂੰ ਲੱਗਦਾ ਇਕਲੌਤਾ ਕਹਿ ਲਓ ਜਾਂ ਥੋੜ੍ਹੇ ਬਹੁਤ ਹੋਰ ਵਡਭਾਗੀ ਹੋਣਗੇ ਜਿਨ੍ਹਾਂ ਨੇ ਉਹ ਘਰ ਅੰਦਰੋਂ ਵੇਖਿਆ। ਠੀਕ ਹੈ। ਜਿਹੜਾ ਮਹਾਰਾਜਾ ਦਲੀਪ ਸਿੰਘ ਦੀ ਐਲਵਰਡਨ ਸਟੇਟ ਆ, ਉਹ 1899 'ਚ ਉਹਨਾਂ ਦੀ ਮੌਤ ਤੋਂ ਬਾਅਦ ਉਹ ਨਿਲਾਮ ਹੋ ਗਈ ਅਤੇ ਉਹ ਗਿਨੀਜ਼ ਫੈਮਿਲੀ ਜਿਹੜੀ ਗਿਨੀਜ਼ ਬੀਅਰ ਦੇ ਮਾਲਕ ਆ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਸ਼ਾਇਦ ਉਹਨਾਂ ਦਾ ਹੀ ਆ, ਉਹਨਾਂ ਨੇ ਬਾਏ ਕਰ ਲਈ ਸੀ ਉਦੋਂ। ਮੈਨੂੰ ਆਫਟਰ ਦੀ ਬਲੈਕ ਪ੍ਰਿੰਸ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ, ਮਤਲਬ ਕਿ ਇੱਕ ਕਿਸਮ ਦੀ ਇਨਵੀਟੇਸ਼ਨ ਦਿੱਤੀ ਕਿ ਯੂ ਸ਼ੁੱਡ ਕਮ ਐਂਡ ਵਿਜ਼ਿਟ ਦਿਸ ਪਲੇਸ। ਅੱਜ ਵੀ ਉਹਨਾਂ ਦੇ ਘਰ ਦੇ ਜਿਹੜੀਆਂ ਗੇਟ ਦੇ ਉੱਪਰ DSC ਲਿਖਿਆ ਹੋਇਆ, ਦਲੀਪ ਸਿੰਘ ਦੇ ਲੋਗੋਸ ਐਮਬਲਮਸ ਲੱਗੇ ਹੋਏ ਆ। ਮੈਂ ਅੰਦਰ ਗਿਆ, ਸੈਕੰਡ ਵਰਲਡ ਵਾਰ ਦੇ ਵਿੱਚ ਉਹ ਅਮਰੀਕਨ ਆਰਮੀ ਦਾ ਏਅਰ ਬੇਸ ਸੀਗਾ ਜੀ, ਕਿਉਂਕਿ ਉਹ ਜੰਗਲ ਆਲੇ ਦੁਆਲੇ ਅਤੇ ਉਹਨੂੰ ਥੋੜ੍ਹਾ ਜਿਹਾ ਇੱਕ ਕਿਸਮ ਦਾ ਉਹ ਮਿਲ ਜਾਂਦੀ ਹੈ, ਉਹ ਦਿਖਦਾ ਨਹੀਂ ਹੈਗਾ ਕਿਤੇ। ਸੋ ਉਦੋਂ ਤੋਂ ਲੈ ਕੇ ਜਿਹੜੀ ਪਹਿਲੀ ਮੇਰੀ ਵਿਜ਼ਿਟ ਸੀ ਐਲਵਰਡਨ ਸਟੇਟ ਦੀ ਬਾਹਰ, ਕਿਉਂਕਿ ਉਹ ਬਾਹਰ ਇੱਕ ਚਰਚ ਹੈ, ਉਹਦੇ ਵਿੱਚ ਉਹਨਾਂ ਦੀ ਕਬਰ ਹੈ। ਉਦੋਂ ਐਲਵਰਡਨ ਦੇ ਗੇਟ ਤੋਂ ਅਸੀਂ ਨਿਕਲ ਗਏ ਸੀ। ਬਾਅਦ 'ਚ ਬਲੈਕ ਪ੍ਰਿੰਸ ਦੀ ਜਰਨੀ ਤੋਂ ਬਾਅਦ ਤੁਸੀਂ ਉਸ ਘਰ ਦੇ ਅੰਦਰ ਵੀ ਦਾਖਲ ਹੋਣ ਦੇ ਕਾਬਿਲ ਹੋ ਸਕੇ, ਇਹ ਤੁਹਾਡੀ ਅਕੰਪਲਿਸ਼ਮੈਂਟ ਜਾਂ ਅਚੀਵਮੈਂਟ ਆ। ਪਰ ਥੈਟਫਰਡ ਦੇ ਵਿੱਚ ਇੱਕ ਫੈਸਟੀਵਲ ਹੁੰਦਾ, ਮੈਨੂੰ ਉਹਨਾਂ ਨੇ ਗੈਸਟ ਆਫ ਆਨਰ ਬੁਲਾਇਆ। ਮਤਲਬ ਬ੍ਰਿਟਿਸ਼ ਪੀਪਲ, ਉਹਨਾਂ ਨੇ ਇੱਕ ਬਰਾਊਨ ਗਾਏ, ਉਹਨਾਂ ਦੇ ਲਈ ਤਾਂ ਗਾਏ ਹੀ ਹੋਣਾ, ਕਿ ਉਹਨਾਂ ਨੇ ਮੈਨੂੰ ਇੰਨਾ ਆਨਰ ਦਿੱਤਾ ਕਿ ਮੈਨੂੰ ਉਸ ਫੈਸਟੀਵਲ ਦਾ ਗੈਸਟ ਆਫ ਆਨਰ ਦੇਣਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ। ਮੈਂ ਇਸ ਕਰਕੇ ਜਦੋਂ ਵੀ ਮੈਂ ਗੱਲ ਕਰਦਾ, ਮੇਰੇ ਲਈ ਨਫ਼ਰਤ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਮੈਂ ਯੂਨੀਫਾਰਮਿਟੀ ਦੀ ਗੱਲ ਕਰਦਾ, ਮੈਂ ਗਲੋਬਲ ਹਾਰਮਨੀ ਦੀ ਗੱਲ ਕਰਦਾ ਜਿੱਥੇ ਵੀ ਹੋਊਗੀ। ਸੋ ਬਲੈਕ ਪ੍ਰਿੰਸ ਦੇ ਲਈ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਮੈਂ ਅੱਜ ਵੀ ਯਾਦ ਕਰਦਾ ਹੁੰਦਾ, ਪੈਰਿਸ 8 ਦੇ ਵਿੱਚ ਇੱਕ ਹੋਟਲ ਹੈ,
ਜਿੱਥੇ ਉਹਨਾਂ ਦੀ ਆਖਰੀ ਸਾਹ ਲਏ ਉਹਨਾਂ ਨੇ, ਮੈਂ ਉਹ ਵੀ ਦੇਖਿਆ। ਲੰਡਨ ਦੇ ਵਿੱਚ ਜਿਹੜਾ ਰੈਂਟਲ ਘਰ ਲਿਆ ਉਹਨਾਂ ਨੇ ਉਹ ਵੀ ਦੇਖਿਆ। ਉਹਨਾਂ ਦੇ ਬੱਚਿਆਂ ਕਿੱਥੇ ਕਿੱਥੇ ਰਹੇ, ਉਹ ਹੁਣ ਲਾਇਬ੍ਰੇਰੀਜ਼ ਨੂੰ ਚਲ ਗਏ। ਸਾਰੀਆਂ ਚੀਜ਼ਾਂ ਨੂੰ ਮਾਣਿਆ, ਨੇੜਿਓਂ ਦੇਖ ਕੇ ਫਿਰ ਤੁਸੀਂ ਉਹਨਾਂ ਦਾ ਜਿਹੜਾ ਬੋਨ ਸਟਰਕਚਰ ਕ੍ਰੀਏਟ ਕਰ ਸਕਦੇ ਆ ਔਨ ਸਕਰੀਨ, ਕਿ ਜੇਕਰ ਉਹ ਬਲਿੰਕ ਵੀ ਕਰਨਗੇ ਤਾਂ ਉਹਦਾ ਕੀ ਮਾਇਨਾ ਹੋਏਗਾ। ਸੋ ਓਬਵੀਅਸਲੀ ਜਿਹੜੀਆਂ ਬਾਕੀ ਗੱਲਾਂ ਨੇ, ਕਿਉਂਕਿ ਕੁਈਨ ਵਿਕਟੋਰੀਅਨ ਐਰਾ ਦਾ 18th ਸੈਂਚਰੀ ਦਾ ਬ੍ਰਿਟਿਸ਼ ਐਕਸੈਂਟ ਸਮਹਾਓ ਮੇਨਟੇਨ ਕਰਨਾ, ਬਟ ਉਹਦੇ ਵਿੱਚ ਇੰਡੀਅਨਿਟੀ ਵੀ ਰਹਿਣੀ ਚਾਹੀਦੀ, ਬਿਕੋਜ਼ ਤੁਸੀਂ 8-9 ਸਾਲ ਤੱਕ ਇੱਕ ਆਪਣੀ ਮਾਂ ਬੋਲੀ ਵੀ ਬੋਲੀ ਹੈ। ਸੋ ਉਹ ਜਿਹੜਾ ਟਿੰਚ ਸੀਗਾ, ਉਹ ਜਿਹੜਾ ਡਿਲੇਮਾ ਸੀਗਾ, ਉਹਨੂੰ ਪੋਰਟਰੇ ਕਰਨਾ ਔਨ ਸਕਰੀਨ, ਇਟ ਵਾਸ ਸੋ ਟਫ, ਬਟ ਆਈ ਥਿੰਕ ਇਟ ਵੈਂਟ ਵੈਲ। ਚਲੋ ਆਪਣੇ ਕੋਲੇ ਆਖਰੀ 2-3 ਮਿੰਟ ਬਚੇ ਹੈ। ਮੈਂ ਕਿਉਂਕਿ ਮੇਰਾ 2-3-25 ਸੀ ਜੀ, ਅੱਛਾ। ਸੋ ਇਸ ਕਰਕੇ ਮੈਂ ਉਸ ਚੀਜ਼ ਨੂੰ ਸਮਝਦਾ ਕਿ ਯੂਨੀਵਰਸਿਟੀ ਦੇ ਉਸ ਹੋਸਟਲ ਤੋਂ ਹਾਂਜੀ ਨਿਕਲ ਕੇ ਆਉਣਾ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਕਿ ਮੈਂ ਉੱਥੇ ਕਿਸ ਤਰੀਕੇ ਨਾਲ ਚੀਜ਼ਾਂ ਫੀਲ ਕੀਤੀਆਂ। ਤੁਹਾਡੇ ਗਾਣੇ ਦੀਆਂ ਇੱਕ ਲਾਈਨਾਂ ਸੀ, ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ। ਸੋ ਉਹਨਾਂ ਰਾਹਾਂ 'ਤੇ ਚੱਲਦੇ ਹੋਏ ਸਰਤਾਜ ਨੇ ਸ਼ੋਹਰਤ ਨੂੰ ਕਿਸ ਤਰੀਕੇ ਨਾਲ ਮਹਿਸੂਸ ਕੀਤਾ, ਜਾਂ ਅੱਜ ਸਰਤਾਜ ਕਿਵੇਂ ਮਹਿਸੂਸ ਕਰਦੇ ਨੇ? ਸ਼ੋਹਰਤ ਦਾ ਮਤਲਬ ਕੀ ਹੈ? ਪਹਿਲੀ ਗੱਲ ਤਾਂ ਸ਼ੌਹਰਤ ਦੇ ਨਾਲ ਜਿਹੜਾ ਤੁਸੀਂ ਕਹਿਣਾ ਵੈਸੇ ਗਾਣਾ ਗਾਉਂਦੇ ਨਹੀਂ, ਵੈਸੇ ਗਾਣੇ ਦੀਆਂ ਲਾਈਨਾਂ ਸੁਣਾਈ ਨਹੀਂ ਬਿਲਕੁਲ ਗਾਓ, ਬਿਲਕੁਲ ਮੈਂ ਗਾ ਨਹੀਂ ਰਿਹਾ ਕਿ ਇਹੋ ਦੌਲਤ ਤੇ ਸ਼ੌਹਰਤ ਹਰੇਕ ਨੂੰ ਤਾਂ ਪਚਦੀ ਵੀ ਹੈ ਨਹੀਂ, ਇਸ ਪਿੱਛੋਂ ਜ਼ਮੀਰ ਚੰਗੇ ਚੰਗਿਆਂ ਦੀ ਬਚਦੀ ਵੀ ਹੈ ਨਹੀਂ। 2-2 ਫੁੱਟ ਉੱਚੇ ਚੱਲਦੇ ਜ਼ਮੀਨ ਤੋਂ ਉਤਰਦੇ ਨਹੀਂ ਥੱਲੇ, ਲਾ ਲੈ ਢੋਲਕੀ ਨੂੰ ਆਟਾ ਪਾ ਲੈ 5 ਉਂਗਲਾਂ ਦੇ ਵਿੱਚ ਛੱਲੇ, ਹੁਣ ਦੇਰ ਨਹੀਂ ਦੇਣਾ ਰੱਬ ਛੇਤੀ ਕਰਾਊ ਬੱਲੇ ਬੱਲੇ। ਪਰ ਮੈਂ ਫਿਰ ਤੁਹਾਨੂੰ ਕਹਿਣਾ ਕਿ ਸ਼ੌਹਰਤ ਹੋ ਸਕਦਾ ਤੁਸੀਂ ਸਮਝਦੇ ਹੋ ਕਿ ਮੈਨੂੰ ਸ਼ੌਹਰਤ ਮਿਲੀ, ਜਾਂ ਤੁਸੀਂ ਇੱਕ ਫੇਮਸ ਸੈਲੀਬ੍ਰਿਟੀ ਹੋ ਜਾਂ ਸਟਾਰ ਹੋ, ਵਟ ਐਵਰ ਤੁਸੀਂ ਕਹੋਗੇ ਜੀ, ਬਟ ਮੈਨੂੰ ਤੁਸੀਂ ਕਿਤੇ ਵੀ ਕਸਮ ਖਿਲਾ ਸਕਦੇ ਹੋ, ਮੈਨੂੰ ਕਦੀ ਇਹ ਫੀਲ ਹੀ ਨਹੀਂ ਹੁੰਦਾ ਜਦੋਂ ਵੀ ਜ਼ਿਕਰ ਹੁੰਦਾ ਸੂਫੀ ਗਾਇਕੀ ਦਾ ਹੁੰਦਾ, ਪਰ ਜਦੋਂ ਅਸੀਂ ਯਾਮਾ ਸੁਣਦੇ ਹਾਂ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ, ਉਦੋਂ ਫਿਰ ਲੱਗਦਾ ਕਿ ਯਾਰ ਕਿਸ ਤਰੀਕੇ ਦੀ ਸੋਚ ਹੈ, ਕਿਵੇਂ ਉਹਨਾਂ ਗਾਣਿਆਂ ਨੂੰ ਉਹਦੀ ਮੈਂ ਤੁਹਾਨੂੰ ਰੀਜ਼ਨ ਨਹੀਂ ਦੇਣਾ ਚਾਹੀਦਾ, ਉਹ ਵੀ ਨੈਚੁਰਲੀ ਆਇਆ ਸੀਗਾ। ਪਰ ਹੁਣ ਮੈਂ ਜਦੋਂ ਅਸੀਂ ਕੌਂਸਰਟ ਕਰਦੇ ਹਾਂ ਪੰਜਾਬ 'ਚ ਵੀ, ਹੁਣ ਅਸੀਂ ਅੱਜਕੱਲ੍ਹ ਕੌਂਸਰਟ ਕਰਨੇ ਸ਼ੁਰੂ ਕੀਤੇ ਆ, ਜ਼ਿਆਦਾਤਰ ਯੰਗਸਟਰਸ ਜਿਹੜੇ ਆ ਬੱਚੇ ਉਹ ਯਾਮਾ ਸੁਣਨ ਆਏ ਹੁੰਦੇ ਆ। ਸਾਡਾ ਕੌਂਸਰਟ ਹੁੰਦਾ 3 hours and plus, ਮੈਂ ਉਹਨਾਂ ਨੂੰ ਇਹ ਕਹਿੰਦਾ ਰਹਿੰਦਾ ਯਾਮਾ ਵੀ ਗਾਵਾਂਗੇ, ਆਹ ਸੁਣ ਲਓ, ਬਸ ਆ ਗਿਆ, 15 ਮਿੰਟ ਬਾਅਦ ਗਾਉਂਦੇ ਆ ਪਹਿਲਾਂ ਆਦਮੀ ਸੁਣ ਲਓ, ਪਹਿਲਾਂ ਨੰਦਾਨ ਜੀ ਆਹ ਸੁਣ ਲਓ। ਉਹ ਵਿਚਾਰੇ ਇਸੇ ਚੱਕਰ 'ਚ ਬੈਠੇ ਰਹਿੰਦੇ ਆ ਕਿ ਯਾਮਾ ਸੁਣਾਵਾਂਗੇ। ਯਾਮਾ ਚੱਕਰ ਇਹ ਸਾਡੇ ਵੀ ਕਈ ਕਲੀਗ ਮੈਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਯਾਮਾ ਜ਼ਰੂਰ ਸੁਣਨਾ। ਬਟ ਮੈਂ ਤੁਹਾਨੂੰ ਦੱਸਦਾ, ਇਹ ਮੇਰਾ ਇੱਕ ਬਹੁਤ ਹੀ ਕੌਨਸ਼ੀਅਸ ਡਿਸੀਜ਼ਨ ਆ, ਕੌਨਸ਼ੀਅਸ ਥਾਟ ਆ, ਕੌਨਸ਼ੀਅਸ ਅਪਰੋਚ ਆ ਕਿ ਇਹ ਲੋਕਾਂ ਨੂੰ ਜਿਨ੍ਹਾਂ ਨੇ ਸਿਰਫ ਯਾਮਾ ਹੀ ਸੁਣਨਾ, ਮੈਂ ਕਿਸੇ ਨਾ ਕਿਸੇ ਤਰੀਕੇ ਨਦਾਨ ਜੀ ਆਸ, ਇਹਨਾਂ ਨੂੰ ਤਿਤਲੀ, ਇਹਨਾਂ ਨੂੰ ਆਦਮੀ, ਖਿਡਾਰੀ, ਕੁੜੀਓ ਰੋਇਆ ਨਾ ਕਰੋ, ਅੰਮੀ ਪੁੱਤ ਸਾਡੇ, ਨਿੱਕੀ ਜੀ ਕੁੜੀ, ਸਾਈਂ, ਇਹ ਵੀ ਕਿਸੇ ਨਾ ਕਿਤੇ ਇੱਕ ਅੱਧੀ ਲਾਈਨ ਪੱਲੇ ਪਾ ਦਾਂ, ਸ਼ਾਇਦ ਇਹਨਾਂ ਦੀ ਲਗਨ ਲੱਗ ਜੂਗੀ, ਫਿਰ ਇਹਨਾਂ ਨੂੰ ਲਿਟਰੇਰੀ ਪੋਇਟਰੀ ਨਾਲ ਜਾਂ ਜਿਹੜੀ ਮੈਲੋਡਿਕ ਆਸਪੈਕਟ ਆਫ ਮਿਊਜ਼ਿਕ ਆ ਉਹਦੇ ਨਾਲ ਰਾਬਤਾ ਹੋ ਜਾਊਗਾ। ਸੋ ਯਾਮੇ ਦੀਆਂ 2 ਲਾਈਨਾਂ ਤੇ ਅਸੀਂ ਜ਼ਰੂਰ ਸੁਣਾਂਗੇ, ਉਹਦੇ ਬਿਨਾਂ ਨਹੀਂ ਛੱਡਦੇ। ਓ ਮਾਈ ਗੁੱਡਨੈਸ। ਇੱਥੇ ਹੋ ਬੂਟ ਲੈਣੀ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ, ਆ ਸਾਡਾ ਤਾਂ ਕੋਈ ਅੰਕਲ ਵੀ ਹੈ ਨਹੀਂ ਜਿਹਨੂੰ ਕਹਿ ਲਵਾਂ,
ਆ ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ ਨਹੀਂ, ਹੋਰ ਦੱਸ ਕੀ ਭਾਲਦੀ, ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨਹੀਂ, ਹੋਰ ਦੱਸ ਕੀ ਭਾਲਦੀ, ਪਾਲੀ ਜੀਨ ਪਰਾ ਰੱਖਤਾ ਪਜਾਮਾ ਨਹੀਂ, ਹੋਰ ਦੱਸ ਕੀ ਭਾਲਦੀ, ਹਾਫ ਕਿੱਕ ਤੇ ਸਟਾਰਟ ਮੇਰਾ ਯਾਮਾ ਨਹੀਂ, ਹੋਰ ਦੱਸ ਕੀ ਭਾਲਦੀ। ਯਾਮਾ ਤਾਂ ਕਹਿੰਦੇ ਤੁਹਾਡਾ ਚੋਰੀ ਹੋ ਗਿਆ ਸੀ, ਉਸ ਤੋਂ ਬਾਅਦ ਯਜਦੀ ਤੇ ਆ ਗਏ ਸੀ। ਇਹ ਤੁਹਾਨੂੰ ਪਤਾ ਲੱਗ ਗਿਆ? ਇਹ ਪਤਾ ਸਾਨੂੰ, ਕਈ ਗੱਲਾਂ ਅਸੀਂ ਜਾਣਦੇ ਆ। ਸ਼ਾਇਦ ਉਹ ਗਾਣਾ ਤੁਸੀਂ ਗਾਇਆ ਨਹੀਂ। ਮੈਂ ਗਾਇਆ ਨਹੀਂ, ਬਣਾ ਲਿਆ। ਉਹ ਯੈਸਦੀ ਵੀ ਅਸੀਂ ਪਹਿਲਾਂ ਜਦੋਂ ਯਾਮਾ ਚੋਰੀ ਹੋ ਗਿਆ ਤੇ ਫਿਰ ਅਸੀਂ ਮੈਨੂੰ ਹੁਸ਼ਿਆਰਪੁਰੋਂ ਮਿਲਿਆ ਸੀ, ਮੈਂ ਆਪਣੀ ਫੋਰਡ ਐਂਡੈਵਰ ਸਭ ਤੋਂ ਪਹਿਲੀ ਕਾਰ ਸੀ, ਉਹਦੇ ਵਿੱਚ ਪਿੱਛੇ ਜਿਵੇਂ ਨਹੀਂ ਕੱਟਾ ਸਿੱਟ ਕੇ ਲਿਆਉਂਦੇ ਗੋਆ ਨੰਬਰ ਦਾ। ਸੋ ਉਹ ਮੈਂ ਲੈ ਕੇ ਆਇਆ, ਫਿਰ ਅਸੀਂ ਉਹਨੂੰ ਰੈਡੀ ਕਰਵਾਇਆ। ਕਈ ਚੀਜ਼ਾਂ ਉਹਦੀਆਂ ਇੱਥੇ ਨਹੀਂ ਮਿਲਦੀਆਂ ਸੀ, ਕੈਲਕਟਾ ਤੋਂ ਮੰਗਵਾਈਆਂ। ਉਹਦੇ 9-10 ਸ਼ੇਅਰ ਨੇ। ਉਹ ਗਾਣਾ ਬਣ ਗਿਆ, ਉਹ ਮਿਊਜ਼ੀਕਲੀ ਵੀ ਬਣ ਗਿਆ, ਡੱਬ ਵੀ ਹੋ ਗਿਆ। ਤੇ ਹੁਣ ਮੈਂ ਚੰਡੀਗੜ੍ਹ ਦੀਆਂ ਸੜਕਾਂ ਤੇ ਆਪ ਯੈਸਦੀ ਚਲਾ ਕੇ ਉਹਨੂੰ ਸ਼ੂਟ ਵੀ ਕਰ ਲਿਆ। ਵੀ ਵਿਲ ਰਿਲੀਜ਼ ਇਟ ਸੂਨ। ਸੋ ਹੁਣ ਅੱਗੇ ਤੁਹਾਡਾ ਕੋਈ ਮੂਵੀ ਪ੍ਰੋਜੈਕਟ ਕੁਛ ਐਸਾ ਮੂਵੀ? ਹਾਂਜੀ ਹਾਂ, ਅੱਜ ਹੀ ਮੈਨੂੰ ਯਾਦ ਆਇਆ, ਨੀਰੂ ਹੋਣਾ ਨੇ ਕੁਝ ਪੋਸਟ ਕੀਤਾ ਹੋਇਆ। ਕਲੀ ਜੋਟਾ ਉਹਦਾ ਨਾਮ ਹੈ, ਔਰ ਬਹੁਤ ਹੀ ਇੱਕ ਟੱਚਿੰਗ ਸਬਜੈਕਟ ਆ। ਇੱਕ ਇੱਥੇ ਪੰਜਾਬ ਦੀ ਧਰਤੀ ਦਾ, ਮੁਕਤਸਰ ਦਾ ਹੀ ਇੱਕ ਬਹੁਤ ਰੀਅਲ ਇੰਸੀਡੈਂਟ ਸੀਗਾ, ਉੱਥੋਂ ਦੀ ਸਟੋਰੀ ਹੈ। ਕਲੀ ਜੋਟਾ ਉਹਦਾ ਨਾਮ ਹੈ। ਵਿਜੇ ਕੁਮਾਰ ਅਰੋੜਾ ਦਾਦੂ ਜਿਹਨਾਂ ਨੂੰ ਕਹਿੰਦੇ, ਉਹਨਾਂ ਨੇ ਡਾਇਰੈਕਟ ਕੀਤੀ, ਵਾਮਿਕਾ ਨਾਲ ਹੈ। ਅਤੇ ਮੈਨੂੰ ਲੱਗਦਾ ਕਿ ਇੱਕ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਆਯਾਮ ਉਹਦੇ ਨਾਲ ਸ਼ੁਰੂ ਹੋਏਗਾ। ਇੱਕ ਸਟਲ, ਇੱਕ ਸੈਟਿਸਫੈਕਟਰੀ, ਇੱਕ ਸੈਂਸਿਬਲ ਸਿਨੇਮਾ ਸ਼ਾਇਦ ਲੋਕਾਂ ਨੂੰ ਚੰਗਾ ਲੱਗੂਗਾ। ਸੋ 2 ਫੈਬ ਨੂੰ 3 ਫੈਬ ਨੂੰ ਪ੍ਰੋਬੇਬਲੀ ਇਹ ਰਿਲੀਜ਼ ਹੋ ਗਈ। ਚਲੋ ਆਖਰੀ, ਜਿਹੜਾ ਕੋਈ ਵੀ ਗੀਤ ਸਰਤਾਜ ਦੇ ਸਭ ਤੋਂ ਦਿਲ ਦੇ ਨੇੜੇ ਹੈ, ਜਿਹੜਾ ਤੁਹਾਨੂੰ ਆਪਣਾ ਗੀਤ ਸਭ ਤੋਂ ਅੱਛਾ ਲੱਗਦਾ ਹੋਵੇ। ਗੁੱਡਨੈਸ। ਸਭ ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ, ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ, ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਈਏ ਆਸੇ, ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ। ਹਾਂ ਸੂਰਜ ਨੂੰ ਫਿਕਰ ਆ ਸਾਡੀ, ਵੇਲੇ ਨੇ ਸ਼ਾਮਾਂ ਦੇ, ਉੱਪਰੋਂ ਸਿਰਨਾਵੇਂ ਹੈ ਨਹੀਂ ਮੰਜ਼ਿਲ ਮੁਕਾਮ ਦੇ, ਸਫਰਾਂ ਤੇ ਆ ਸੈਰਾਂ ਤੇ ਨਹੀਂ, ਕਿ ਪਰਾਂ ਤੇ ਆ ਪੈਰਾਂ ਤੇ ਨਹੀਂ, ਕਰੀਏ ਹੁਣ ਉਮੀਦਾਂ ਕਿੰਨਾ ਖੈਰਾਂ। ਨੀ ਮੇਰੀਏ ਨਾਦਾਨ ਜਈਏ ਆਸੇ, ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ। ਫਿਰ ਮਿਲਾਂਗੇ, ਗੱਲਬਾਤ ਤੁਹਾਡੀ ਮੂਵੀ ਆਈ, ਫਿਰ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਓਵਰ ਟੂ ਯੂ। ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਤੁਹਾਡੀ ਗਾਇਕੀ ਤੇ ਗਾਇਕੀ, ਤੁਹਾਡੀ ਗੁਫ਼ਤਗੂ ਵੀ ਰੂਹ ਦੀ ਖੁਰਾਕ ਹੈ। ਥੈਂਕ ਯੂ ਸੋ ਮਚ ਫॉर such soulful conversation. Thank you, Misha. And I'll like to request you to be on stage for a few more minutes with us while I call upon stage Mr. Jyoti Kamal, Managing Editor News 18, to please come up on stage and extend a token of our appreciation to Dr. Satinder Sartaaj. Thank you, Misha. Thank you, Jyoti. Huge round of applause, ladies and gentlemen.
Thank you so much. Thank you, Jyoti. Thank you, Vijay.